ਅੱਜ ਦੀ BA थर्ड ਸਮੈਸਟਰ ਦੀ ਲਾਈਵ ਕਲਾਸ ਦੇ ਵਿੱਚ ਸਵਾਗਤ ਹੈ। ਕੱਲ ਅਸੀਂ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਸ਼ੁਰੂ ਕੀਤਾ ਸੀ। ਇਹ ਯੂਨਿਟ ਸੈਕੰਡ ਦਾ ਜਿਹੜਾ ਹੈਗਾ ਦੂਸਰਾ ਚੈਪਟਰ ਹੈਗਾ। ਸੋ ਕੱਲ ਇਹਦੇ ਉੱਤੇ ਅਸੀਂ ਥੋੜੀ ਜਿਹੀ ਜਰਨਲ ਜਿਹੜੀ ਹੈ ਡਿਸਕਸ਼ਨ ਕੀਤੀ ਸੀ। ਅੱਜ ਅਸੀਂ ਜਿਹੜਾ ਇਹ ਟੌਪਿਕ ਹੈਗਾ ਉਹ ਕੁਐਸਚਨ ਵਾਈਜ਼ ਜਿਹੜਾ ਹੈ ਟੇਕ ਅਪ ਕਰਾਂਗਾ। ਜਦੋਂ ਬੱਚੇ ਸਾਰੇ ਜੁਆਇਨ ਕਰ ਜਾਂਦੇ ਹੈ ਉਸ ਵੇਲੇ ਮੈਂ ਆਪਣਾ ਲੈਕਚਰ ਜਿਹੜਾ ਹੈ ਉਹ ਸ਼ੁਰੂ ਕਰਦਾ। ਆਰਤੀ ਤੁਹਾਨੂੰ ਆਵਾਜ਼ ਆ ਰਹੀ ਮੇਰੀ? आरती सानी मेरी आवाज आ रही थानू? 1706 ਸੋ ਮੈਂ ਅੱਜ ਦਾ ਆਪਣਾ ਲੈਕਚਰ ਜਿਹੜਾ ਹੈਗਾ ਸ਼ੁਰੂ ਕਰਦਾ। ਕੱਲ ਦੇ ਲੈਕਚਰ ਦੇ ਵਿੱਚ ਅਸੀਂ ਥੋੜਾ ਜਿਹਾ ਬੇਸਿਕ ਡਿਸਕਸ ਕੀਤਾ ਸੀਗਾ ਮੌਲਿਕ ਅਧਿਕਾਰਾਂ ਬਾਰੇ, ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਫੰਡਾਮੈਂਟਲ ਰਾਈਟਸ ਜਿਹੜੇ ਹੁੰਦੇ ਆ ਉਹ ਇਹੋ ਜਿਹੇ ਅਧਿਕਾਰ ਹੁੰਦੇ ਵਿਅਕਤੀ ਦੇ ਜਿਹਦੇ ਰਾਹੀਂ ਵਿਅਕਤੀ ਦਾ ਵਿਕਾਸ ਹੁੰਦਾ ਹੈ। ਇੱਥੇ ਹੋਰ ਇੱਕ ਪਰਿਭਾਸ਼ਾ ਦਿੱਤੀ ਹੋਈ ਹੈ ਫੰਡਾਮੈਂਟਲ ਰਾਈਟਸ ਦੀ। ਫੰਡਾਮੈਂਟਲ ਰਾਈਟਸ ਆਰ essential human rights that are offered to citizen irrespective of caste, race, creed, place of birth, religion and gender. These are equal to freedom and these rights are essential for personal good and society at large. ਹੁਣ ਕੁਝ ਵਿਅਕਤੀ ਇਹਨਾਂ ਨੂੰ ਹਿਊਮਨ ਰਾਈਟਸ ਦੇ ਨਾਲ ਜਿਹੜੇ ਵਿਅਕਤੀਗਤ ਅਧਿਕਾਰ ਹੁੰਦੇ ਆ ਉਹਨਾਂ ਨੂੰ ਮੌਲਿਕ ਅਧਿਕਾਰਾਂ ਦੇ ਨਾਲ ਜੋੜਦੇ ਆ। ਮੌਲਿਕ ਦਾ ਮਤਲਬ ਹੁੰਦਾ ਬੇਸਿਕ, ਜਿਹੜੀ ਚੀਜ਼ ਬੇਸਿਕ ਹੋਵੇ। ਅਗਰ ਅਸੀਂ ਸਮਾਜ ਦੇ ਵਿੱਚ ਵਿਅਕਤੀ ਨੇ ਵਿਕਾਸ ਕਰਨਾ ਹੈ, ਜਿਹੜਾ ਵਿਅਕਤੀ ਵਿਕਾਸ ਕਰਦਾ ਹੈ ਉਹ ਫੰਡਾਮੈਂਟਲ ਰਾਈਟਸ ਕਰਕੇ ਕਰਦਾ। ਜਦ ਤੱਕ ਉਹਨੂੰ ਵਾਤਾਵਰਨ ਨਹੀਂ ਮਿਲੇਗਾ, ਜਦ ਤੱਕ ਉਹਨੂੰ ਜਿਹੜੀਆਂ ਪ੍ਰੋਪਰ ਕੰਡੀਸ਼ਨਸ ਨਹੀਂ ਮਿਲੂਗੀਆਂ ਤਾਂ ਉਹ ਆਪਣਾ ਵਿਕਾਸ ਜਿਹੜਾ ਨਹੀਂ ਕਰ ਸਕਦਾ। ਔਰ ਇਹੋ ਜਿਹੇ ਜਿਹੜੇ ਅਧਿਕਾਰ ਹੁੰਦੇ ਆ ਇਹ ਸਮਾਜ ਵਾਸਤੇ, ਸਮਾਜਿਕ ਵਿਵਸਥਾ ਵਾਸਤੇ, ਨਿਆਂ ਦੀ ਸਥਾਪਨਾ ਵਾਸਤੇ ਜ਼ਰੂਰੀ ਹੁੰਦੇ। ਸੋ ਇਹਨਾਂ ਨੂੰ ਅਸੀਂ ਜਿਹੜਾ ਹੈ ਫੰਡਾਮੈਂਟਲ ਰਾਈਟਸ ਜਿਹੜਾ ਹੈ ਉਹ ਕਹਿੰਦੇ ਹਾਂ। ਅੱਛਾ, ਕੋਈ ਮੈਨੂੰ ਦੱਸ ਸਕਦਾ ਹੈ ਕਿ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਸੀਗੇ ਉਹਨਾਂ ਨੂੰ ਜਗ੍ਹਾ ਕਿਉਂ ਦਿੱਤੀ? ਕੋਈ ਦੱਸ ਸਕਦਾ ਮੈਨੂੰ? ਹਾਂਜੀ, ਕੋਈ ਦੱਸ ਸਕਦਾ ਜੀ ਮੈਨੂੰ? 1707 ਰੋਲ ਨੰਬਰ ਤੁਸੀਂ ਦੱਸੋ। ਅਸੀਂ ਫੰਡਾਮੈਂਟਲ ਰਾਈਟਸ ਜਿਹੜਾ ਕਨਸਟੀਟਿਊਸ਼ਨ ਹੈ ਇੰਡੀਆ ਦਾ ਜਾਂ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਉਹਨਾਂ ਨੂੰ ਜਗ੍ਹਾ ਕਿਉਂ ਦਿੱਤੀ ਹੈ? 1707 ਹਰਸਿਮਰਨ ਕੌਰ, ਆਪਣੇ ਆਪ ਨੂੰ ਅਨਮਿਊਟ ਕਰੋ। ਹਾਂਜੀ ਸਰ। ਹਾਂ, ਮੌਲਿਕ ਅਧਿਕਾਰਾਂ ਨੂੰ ਅਸੀਂ ਆਪਣੇ ਸੰਵਿਧਾਨ ਦੇ ਵਿੱਚ ਜਗ੍ਹਾ ਕਿਉਂ ਦਿੱਤੀ? ਅਗਰ ਤੁਹਾਨੂੰ ਕੋਈ ਪੁੱਛ ਲਏ, ਅਗਰ ਕੋਈ ਤੁਹਾਨੂੰ ਮਤਲਬ ਤੁਹਾਡਾ ਛੋਟਾ ਭਰਾ ਜਾਂ ਭੈਣ ਪੁੱਛ ਲਵੇ ਕਿ ਮੌਲਿਕ ਅਧਿਕਾਰਾਂ ਨੂੰ ਅਸੀਂ ਸੰਵਿਧਾਨ ਦੇ ਵਿੱਚ ਸ਼ਾਮਿਲ ਕਿਉਂ ਕੀਤਾ, ਤੁਹਾਨੂੰ ਸ਼ਾਇਦ ਇਹ ਪਤਾ ਹੈ ਜਾਂ ਨਹੀਂ ਪਤਾ ਕਿ ਜਦੋਂ ਅਮਰੀਕਾ ਦਾ ਕਨਸਟੀਟਿਊਸ਼ਨ ਬਣਿਆ ਸੀਗਾ ਉਸ ਵੇਲੇ ਜਿਹੜਾ ਅਧਿਕਾਰ ਪੱਤਰ ਸੀਗਾ ਉਹ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਸ਼ਾਮਿਲ ਨਹੀਂ ਸੀਗਾ। 1791 ਦੇ ਵਿੱਚ ਅਮਰੀਕਾ ਨੇ ਪਹਿਲੀਆਂ ਜਿਹੜੇ ਆਪਣੇ 10 ਸੰਸ਼ੋਧਨ ਕੀਤੇ ਸੰਵਿਧਾਨ ਦੇ ਵਿੱਚ ਉਹ ਅਧਿਕਾਰ ਪੱਤਰ ਨੂੰ ਲੈ ਕੇ, ਮਤਲਬ ਬਿਲ ਆਫ ਰਾਈਟਸ ਨੂੰ ਲੈ ਕੇ। ਔਰ ਬਿਲ ਆਫ ਰਾਈਟਸ ਦੇ ਵਿੱਚ ਕੀ ਹੈਗਾ? ਬਿਲ ਆਫ ਰਾਈਟਸ ਦੇ ਵਿੱਚ ਜਿਹੜਾ ਹੈ ਫੰਡਾਮੈਂਟਲ ਰਾਈਟਸ ਹੈਗੇ ਆ ਜਿਹੜੇ ਉਹ ਜਿਹੜੇ ਹੈਗੇ ਆ ਉਹਨਾਂ ਦਾ ਵਰਣਨ ਜਿਹੜਾ ਹੈ ਕੀਤਾ ਗਿਆ ਕਨਸਟੀਟਿਊਸ਼ਨ ਦੇ ਵਿੱਚ। ਸੋ ਕਨਸਟੀਟਿਊਸ਼ਨ ਤੇ ਸ਼ਾਮਿਲ ਨਾ ਹੁੰਦੇ ਹੋਏ ਉਹਨੂੰ ਸ਼ਾਮਿਲ ਕੀਤਾ। ਇੰਗਲੈਂਡ ਦਾ ਸੰਵਿਧਾਨ ਚਾਹੇ ਲਿਖਿਤ ਨਹੀਂ ਹੈ ਫਿਰ ਵੀ ਉਹਦੇ ਵਿੱਚ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਮੌਲਿਕ ਅਧਿਕਾਰਾਂ ਦੀ ਵਿਵਸਥਾ ਇੰਗਲੈਂਡ ਦੇ ਵਿੱਚ ਵੀ, ਇੰਗਲੈਂਡ ਦੀ ਜਿਹੜੀ ਰਾਜਨੀਤਿਕ ਵਿਵਸਥਾ ਹੈ ਉਹਦੇ ਵਿੱਚ ਜਿਹੜੀ ਹੈ ਕੀਤੀ। ਤੁਸੀਂ ਦੱਸੋ ਆਪਣੇ ਸੁਖਵਿੰਦਰ ਕੌਰ 1763 ਰੋਲ ਨੰਬਰ। ਹਾਂਜੀ ਦੱਸੋ ਬੱਚੇ, ਬੋਲਿਆ ਕਰੋ ਕਲਾਸ ਦੇ ਵਿੱਚ, ਫਿਰ ਕਲਾਸ ਲਾਉਣ ਦਾ ਅਦਰਵਾਈਜ਼ ਕੋਈ ਫਾਇਦਾ ਨਹੀਂ ਹੈਗਾ। ਕਲਾਸ ਲਾਉਣ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਡਿਸਕਸ਼ਨ ਕਰੀਏ, ਓਪਨ ਡਿਸਕਸ਼ਨ ਕਰੀਏ। ਉਹਦੇ ਨਾਲ ਇੱਕ ਤਾਂ ਟੌਪਿਕ ਜਿਹੜਾ ਹੈਗਾ ਇੰਟਰਸਟਿੰਗ ਬਣਦਾ ਹੈ ਔਰ
monotonous नहीं लगता टॉपिक ਜਿਹੜਾ ਹੈਗਾ। ਜਸਪ੍ਰੀਤ 1709। हाँ जी सर। Why we have included fundamental rights in our constitution of India? So because when we are struggling for independence, people were suffering from atrocities happened by the British government, and many more things were there which were injustifiable. There was no rule of law, there was no freedom, people were So they rule by hook and crook. And they just had a notion of that the kind of diversity we have, they want to maintain it, and they just want to take the wealth of our country. And that's why, by keeping these things in mind, our honorable BM Ambedkar ji have I think he after learning about a lot of like constitutions of other countries, he I think ਉਹਨਾਂ ਨੂੰ ਇਹ ਲੱਗਿਆ ਕਿ ਇਸ ਚੀਜ਼ ਦੀ ਜ਼ਰੂਰਤ ਹੈ, ਔਰ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਜੋ ਲੋਕ ਸੀਗੇ, ਜਿਸ ਤਰ੍ਹਾਂ ਉਹ ਵੀ ਇੱਕ ਦਲਿਤ ਵਰਗ ਤੋਂ ਸੀਗੇ, ਉਹਨਾਂ ਨੂੰ ਵੀ ਆਪਣੇ ਜੋ ਬਚਪਨ ਦੇ ਵਿੱਚ ਜਿਸ ਟਾਈਮ ਉਹ ਪੜ੍ਹਾਈ ਕਰਦੇ ਸੀ, ਉਸ ਟਾਈਮ ਉਹਨਾਂ ਨੂੰ ਕਾਫੀ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਮਤਲਬ ਸਟਰਗਲ ਕਰਨਾ ਪਿਆ। ਦੈਟਸ ਵਾਈ ਉਹਨਾਂ ਨੂੰ ਇਹ ਨੀਡ ਲੱਗੀ, ਔਰ ਉਹਨਾਂ ਨੇ ਇਹਨਾਂ ਨੂੰ ਬੜੇ ਵਧੀਆ ਢੰਗ ਦੇ ਨਾਲ ਔਰ ਆਪਣੀ ਸੋਚਣੀ ਸਮਝਣੀ ਦੇ ਅਕੋਰਡਿੰਗ, ਆਪਣੀ ਸੈਨਿਟੀ ਦੇ ਅਕੋਰਡਿੰਗ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਆਂਦਾ। ਔਰ ਆਈ ਥਿੰਕ ਵੀ ਹੈਵ ਦ ਮੋਸਟ I would say the best fundamental rights. But it might. But in theory, not in practice. But in practice, these are not that much. But in Western countries, this has been applied to both in theory and practice. मतलब theory and practice ਦੇ ਵਿੱਚ ਦੋਨਾਂ ਦੇ ਵਿੱਚ Western countries ਦੀ ਆਪਾਂ ਗੱਲ ਕਰੀਏ, अगर अमेरिका की ਗੱਲ करिए, political leaders keep their individual interest because there is one cause, because the countries which, as you said, Western countries, they keep the views of the interests of their people. So I think that's why that's the point. One point you agree with me that there is vote politics in India. That is why we are not able to solve our problems of caste, creed, and color and other things. These problems are sustaining in India. That is why, because of our politicians, because our politicians have not changed. Political leaders are not taking care of these things, because they are only who can take care of these things. Their main objective is to who can bring a change. Their main concern is to remain in power politics. Yes, sir. So they don't want to change the society, or they don't want to change the system. That is why they are continuing such ਹੁਣ ਆ 9 ਮਹੀਨੇ ਹੋ ਗਏ ਕਿਸਾਨ ਜਿਹੜੇ ਆ ਉੱਥੇ ਬੈਠੇ ਹੋਏ ਆ, ਮਤਲਬ ਕੋਈ ਉਹਨਾਂ ਦੀ ਸੁਣਵਾਈ ਨਹੀਂ। ਹੁਣ ਮਤਲਬ ਜਿਹੜੇ ਅਗਰ ਸੈਲਰੀਡ ਪਰਸਨਸ ਦੀ ਗੱਲ ਕਰੀਏ, ਉਹਨਾਂ ਦੀ ਤਨਖਾਹ ਨਹੀਂ ਪੰਜਾਬ 'ਚ ਵੱਧਦੀ ਪਈ। ਮਤਲਬ ਸੈਂਟਰਲ ਗਵਰਨਮੈਂਟ ਔਰ ਜਿਹੜੀਆਂ ਹੋਰ ਗਵਰਨਮੈਂਟਸ ਹੈਗੀਆਂ ਸਟੇਟਸ ਦੀਆਂ, ਮਤਲਬ ਦੇ ਆਰ ਲੀਸਟ ਬਾਰਡਰ ਅਬਾਊਟ ਦ ਪੀਪਲ। ਮਤਲਬ ਕਿ ਪੈਟਰੋਲ ਪ੍ਰਾਈਸਿਸ ਦੇਖ ਲਓ ਤੁਸੀਂ, ਹੋਰ ਚੀਜ਼ਾਂ ਦੇਖ ਲਓ। ਸੋ ਮਤਲਬ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਰੀਆਂ ਥਿਊਰੀ ਦੇ ਵਿੱਚ ਬਹੁਤ, ਸਾਡੇ ਸੰਵਿਧਾਨ 'ਚ ਬਹੁਤ ਚੰਗੇ ਮਤਲਬ ਅੱਖਰਾਂ ਦੇ ਵਿੱਚ ਇਹਨਾਂ ਨੂੰ ਲਿਖਿਆ ਹੋਇਆ। ਤੇ ਦੇਖੋ ਬਾਕੀ ਜਣਿਆਂ ਨੂੰ ਵੀ ਮੈਂ ਕਹੂੰਗਾ ਕਿ ਜਿੱਦਾਂ ਇਹ ਪਾਰਟਿਸਿਪੇਟ ਕਰਦੀ ਹੈ, ਤੁਸੀਂ ਪਾਰਟਿਸਿਪੇਟ ਕਰਿਆ ਕਰੋ। ਜੇ ਅੱਗੇ ਕੁਝ ਜ਼ਿੰਦਗੀ 'ਚ ਕਰਨਾ ਹੈ ਕਿ ਬਾਹਰ ਹੀ ਜਾਣਾ ਵਿਆਹ ਕਰਾ ਕੇ, ਜਾਂ ਉਹੀ ਟੀਚਾ ਤੁਹਾਡਾ, ਉਹ ਟੀਚਾ ਨਹੀਂ ਹੋਣਾ ਚਾਹੀਦਾ। ਬਾਹਰ ਵੀ ਕਿੰਨੇ ਕੁ ਜ਼ਿਆਦਾ ਬੰਦੇ ਜਸਟ ਹੋਣਗੇ ਜਾ ਕੇ, ਠੀਕ ਹੈ। ਅਗਰ ਬਾਹਰ ਵੀ ਜਾਣਾ ਹੈ ਤਾਂ ਤੁਸੀਂ ਇੱਥੇ ਜਿਹੜੀ ਆਪਣੀ ਜਿਹੜੀ ਸਿੱਖਿਆ ਹੈਗੀ ਹੈ ਉਹਨੂੰ ਚੰਗੀ ਤਰ੍ਹਾਂ ਜਿਹੜਾ ਪ੍ਰਾਪਤ ਕਰੋ। ਸੋ ਮੈਂ ਹੁਣ ਇਹਦੇ ਵਿੱਚ ਜਿਹੜੇ ਕੁਝ ਪੁਆਇੰਟਸ ਹੈਗੇ ਕੇਸ ਕਰਕੇ ਅਸੀਂ ਇਹਨਾਂ ਨੂੰ ਮਤਲਬ ਅਪਣਾਇਆ। ਤਾਂ ਪਹਿਲਾ ਪੁਆਇੰਟ ਇਹਦੇ ਵਿੱਚ ਹੈਗਾ, ਇਟ ਵਾਜ਼ ਅਕੋਰਡੈਂਸ ਟੂ ਪੋਲੀਟੀਕਲ ਆਈਡੀਓਲੋਜੀ। ਇਹ ਜਿਹੜੀਆਂ ਉਸ ਵੇਲੇ ਪੋਲੀਟੀਕਲ ਫਿਲਾਸਫੀ ਚੱਲ ਰਹੀ ਸੀ ਜਾਂ ਆਈਡੀਓਲੋਜੀਜ਼ ਚੱਲ ਰਹੀਆਂ ਸੀ, ਜਿੱਦਾਂ ਲਿਬਰਲਿਜ਼ਮ ਸੀਗਾ, ਮਾਰਕਸਿਜ਼ਮ ਸੀਗਾ, ਜਾਂ ਹੋਰ ਜਿਹੜੀਆਂ ਸਿਸਟਮ ਆਫ ਗਵਰਨੈਂਸ ਸੀਗੇ ਉਸ ਵੇਲੇ ਚੱਲ ਰਹੇ ਸੀਗੇ। ਸੋ ਅਗਰ ਅਸੀਂ ਆਪਣੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਨਾ ਦਿੰਦੇ ਤੇ ਉਹਦੇ ਨਾਲ ਜਿਹੜਾ ਸੀਗਾ ਸਾਡੇ ਜਿਹੜੇ ਨਾਗਰਿਕ ਸੀਗੇ ਉਹਨਾਂ ਨੇ
ਵਿਸ਼ਵ ਪੱਧਰ ਤੇ ਅਗਰ ਗੱਲ ਕਰੀਏ ਉਹਨਾਂ ਨੇ ਪਿੱਛੇ ਰਹਿ ਜਾਣਾ ਸੀ। ਸੋ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਭ ਨਾਲੋਂ ਪਹਿਲਾਂ ਜਿਹੜੇ ਸਾਡੇ ਦੇਸ਼ ਦੇ ਲੋਕ ਸੀਗੇ ਉਹਨਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਜਿਹੜਾ ਸੀਗਾ ਉਹ ਜਿਹੜਾ ਸੀ ਮੌਲਿਕ ਅਧਿਕਾਰ ਦੇਣ ਦੀ ਗੱਲ ਕੀਤੀ। ਦੂਜੀ ਗੱਲ ਜਿਹੜੀ ਜਸਪ੍ਰੀਤ ਨੇ ਕੀਤੀ ਕਿ ਜਿਹੜਾ ਜਦੋਂ ਬ੍ਰਿਟਿਸ਼ ਗਵਰਨਮੈਂਟ ਰੂਲ ਕਰ ਰਹੀ ਸੀ ਉਸ ਵੇਲੇ ਜਿਹੜਾ ਕਾਸਟ ਕ੍ਰੀਡ ਹੋ ਗਈ, ਜੈਂਡਰ ਹੋ ਗਿਆ, ਬਰਥ ਹੋ ਗਿਆ, ਰਿਲੀਜਨ ਹੋ ਗਿਆ, ਪਲੇਸ ਹੋ ਗਈ, ਇਹਦੇ ਨਾਂ ਤੇ ਭੇਦਭਾਵ ਹੁੰਦਾ ਸੀਗਾ। ਸੋ ਇਸ ਭੇਦਭਾਵ ਨੂੰ ਖਤਮ ਕਰਨ ਵਾਸਤੇ ਵੀ ਜਿਹੜੇ ਸੀਗੇ ਲੋਕਾਂ ਨੂੰ ਅਧਿਕਾਰ ਦੇਣੇ ਜ਼ਰੂਰੀ ਸੀ। ਹੁਣ ਅਸੀਂ ਜਿਹੜੀ ਆਜ਼ਾਦੀ ਦੀ ਮੰਗ ਕਰ ਰਹੇ ਸੀ ਬ੍ਰਿਟਿਸ਼ਰਸ ਤੋਂ, ਅਸੀਂ ਬ੍ਰਿਟਿਸ਼ਰਸ ਤੋਂ ਆਜ਼ਾਦੀ ਦੀ ਬੇਸਿਕਲੀ ਮੰਗ ਕਰ ਰਹੇ ਸੀ। ਉਹ ਆਜ਼ਾਦੀ ਕੀ ਸੀ? ਉਹ ਆਜ਼ਾਦੀ ਸੀ ਅਧਿਕਾਰਾਂ ਵਾਸਤੇ ਹੀ ਉਹ ਸਟਰਗਲ ਹੋ ਰਹੀ ਸੀ। ਸੋ ਅਗਰ ਵਿਸ਼ਵ ਦਾ ਤੁਸੀਂ ਇਤਿਹਾਸ ਦੇਖੋ ਚੱਕ ਕੇ ਤਾਂ ਜਦੋਂ ਫਰਾਂਸੀਸੀ ਕ੍ਰਾਂਤੀ ਹੋਈ ਹੈ 1789 ਦੇ ਵਿੱਚ, ਉਹਦੇ ਵਿੱਚ ਵੀ ਇਕੁਐਲਿਟੀ ਦੀ ਗੱਲ ਕੀਤੀ ਗਈ ਹੈ, ਸਮਾਨਤਾ ਦੀ ਗੱਲ ਕੀਤੀ ਗਈ ਹੈ, ਨਿਆਂ ਦੀ ਗੱਲ ਕੀਤੀ ਗਈ ਹੈ, ਉਹਦੇ ਵਿੱਚ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ, ਤੇ ਉਹਦੇ ਵਿੱਚ ਭਰਾਤਰੀ ਭਾਵ ਦੀ ਗੱਲ ਕੀਤੀ ਗਈ ਹੈ। ਸੋ ਇਹ ਜਿਹੜੀ ਫਿਲਾਸਫੀ ਸੀਗੀ, ਜਾਂ ਇਹਨਾਂ ਨੂੰ ਅਸੀਂ ਡੈਮੋਕ੍ਰੇਸੀ ਦੇ ਪਿਲਰਸ ਵੀ ਕਹਿੰਦੇ ਆ। ਜੇ ਅਸੀਂ ਡੈਮੋਕ੍ਰੈਟਿਕ ਸਿਸਟਮ ਅਪਣਾਉਣਾ ਸੀਗਾ ਉਸ ਵੇਲੇ ਤਾਂ ਉਹਦੇ ਵਾਸਤੇ ਵੀ ਜਿਹੜਾ ਸੀਗਾ ਲੋਕਾਂ ਨੂੰ ਮੌਲਿਕ ਅਧਿਕਾਰ ਦੇਣੇ ਜ਼ਰੂਰੀ ਸੀ। ਔਰ ਇਸ ਕਰਕੇ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਮੌਲਿਕ ਅਧਿਕਾਰਾਂ ਨੂੰ ਜਿਹੜਾ ਸੀਗਾ ਉਹ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਹੈ ਉਹ ਜਗ੍ਹਾ ਦਿੱਤੀ। ਸੋ ਦੂਸਰਾ ਪੁਆਇੰਟ ਬਣਦਾ, ਇਟ ਵਾਸ ਅ ਲੌਂਗ ਸਟੈਂਡਿੰਗ ਡਿਮਾਂਡ ਆਫ ਇੰਡੀਅਨ ਪੋਲੀਟੀਸ਼ੀਅਨਸ। ਲੌਂਗ ਸਟੈਂਡਿੰਗ ਡਿਮਾਂਡ ਆਫ ਇੰਡੀਅਨ ਪੋਲੀਟੀਸ਼ੀਅਨਸ ਮਤਲਬ ਹੁਣ ਪੋਲੀਟੀਸ਼ੀਅਨ ਦਾ ਜਦੋਂ ਅਸੀਂ ਨਾਂ ਸੁਣਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇਹ ਬੜਾ, ਅਸੀਂ ਕਿਸੇ ਨੂੰ ਗਾਲ ਕੱਢਤੀ। ਅਗਰ ਅਸੀਂ ਕਿਸੇ ਨੂੰ ਕਹੀਏ ਨਾ ਕਿ ਅਗਰ ਕੋਈ ਤੁਹਾਨੂੰ ਕਵੇ ਕਿ ਮੈਂ ਲਾਈਫ ਦੇ ਵਿੱਚ ਪੋਲੀਟੀਸ਼ੀਅਨ ਬਣਨਾ ਹੈ, ਤਾਂ ਅਗਲਾ ਕਹਿੰਦਾ ਤੂੰ ਮਜ਼ਾਕ ਕਰ ਰਿਹਾ ਹੈ ਜਾਂ ਗਾਲ ਕੱਢ ਰਿਹਾ ਹੈ। ਸੋ ਪੋਲੀਟੀਸ਼ੀਅਨ ਦੇ ਉਸ ਵੇਲੇ ਦੇ ਪੋਲੀਟੀਸ਼ੀਅਨਸ ਦੀ ਗੱਲ ਕਰ ਰਿਹਾ ਮੈਂ, ਜਿਨ੍ਹਾਂ ਨੇ ਇੰਨਾ ਲੰਬਾ ਜਿਹੜਾ ਸੀਗਾ ਨੈਸ਼ਨਲ ਮੂਵਮੈਂਟ ਚਲਾਈ, ਜਿਨ੍ਹਾਂ ਨੇ ਨੈਸ਼ਨਲ ਸਟਰਗਲ ਸਿਆ, ਜਿਨ੍ਹਾਂ ਨੇ ਤਸੀਹੇ ਸਹੇ ਬ੍ਰਿਟਿਸ਼ ਗਵਰਨਮੈਂਟ ਦੇ, ਉਹਨਾਂ ਬਾਰੇ ਜਿਹੜੀ ਹੈ ਮੈਂ ਜਿਹੜੀ ਹੈ ਗੱਲ ਕਰ ਰਿਹਾ। ਸੋ 1927 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਮਦਰਾਸ ਸੈਸ਼ਨ ਦੇ ਵਿੱਚ ਜਿਹੜਾ ਸੀਗਾ ਉਹ ਪਹਿਲੀ ਵਾਰੀ ਜਿਹੜਾ ਹੈ ਮੰਗ ਕੀਤੀ ਸੀਗੀ ਬ੍ਰਿਟਿਸ਼ ਗਵਰਨਮੈਂਟ ਕੋਲੋਂ ਫੰਡਾਮੈਂਟਲ ਰਾਈਟਸ ਦੇ ਵਿੱਚ। 1928 ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਕੁਝ ਬੱਚਿਆਂ ਨੂੰ ਪਤਾ ਹੋਣਾ, ਕੁਝ ਨੂੰ ਨਹੀਂ ਪਤਾ, ਉਹਨਾਂ ਵਾਸਤੇ ਦੱਸ ਦਿੰਦਾ ਮੈਂ ਕਿ 1928 ਦੇ ਵਿੱਚ ਨਹਿਰੂ ਕਮੇਟੀ ਰਿਪੋਰਟ ਜਿਹੜੀ ਹੈ ਉਹ ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਿਹੜੇ ਫਾਦਰ ਸੀਗੇ ਮੋਤੀ ਲਾਲ ਨਹਿਰੂ, ਉਹਨਾਂ ਨੇ ਜਿਹੜਾ ਸੀਗਾ ਪੇਸ਼ ਕੀਤੀ ਸੀ। ਉਹਦੇ ਵਿੱਚ ਕੀ ਕਿਹਾ ਗਿਆ, ਡਿਮਾਂਡ ਵਾਸ ਰੀਟਰੇਟਡ, ਜਿਹੜੀ ਫੰਡਾਮੈਂਟਲ ਰਾਈਟਸ ਦੀ ਡਿਮਾਂਡ ਸੀਗੀ ਉਹਨੂੰ ਦੁਬਾਰਾ ਜਿਹੜਾ ਸੀਗਾ ਅੰਗਰੇਜ਼ੀ ਸਰਕਾਰ ਦੇ ਮਤਲਬ ਅੱਗੇ ਜਿਹੜਾ ਸੀ ਰੱਖਿਆ ਗਿਆ। ਫਿਰ 1945 ਦੇ ਵਿੱਚ ਇੱਕ ਕਮੇਟੀ ਬਣੀ ਜਿਹੜੀ ਕਿ ਅੰਗਰੇਜ਼ੀ ਸਰਕਾਰ ਨੂੰ ਜਿਹਨੂੰ ਸਪਰੂ ਕਮੇਟੀ ਦੇ ਨਾਂ ਨਾਲ ਜਿਹੜਾ ਹੈ ਜਾਣਿਆ ਜਾਂਦਾ ਹੈ। ਸੋ ਸਪਰੂ ਕਮੇਟੀ laid special emphasis upon the inclusion of fundamental rights in the constitution। ਸਪਰੂ ਕਮੇਟੀ ਨੇ ਵੀ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ ਵਿੱਚ ਜਗ੍ਹਾ ਦੇਣ ਦੀ ਜਿਹੜੀ ਸੀਗੀ ਗੱਲ ਕੀਤੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੱਖ-ਵੱਖ ਪੱਧਰ ਉੱਤੇ ਜਿਹੜਾ ਹੈ ਮੌਲਿਕ ਅਧਿਕਾਰਾਂ ਦੀ ਡਿਮਾਂਡ ਜਿਹੜੀ ਸੀਗੀ ਵੱਖ-ਵੱਖ ਪੱਧਰਾਂ ਤੋਂ ਮੌਲਿਕ ਅਧਿਕਾਰਾਂ ਦੀ ਡਿਮਾਂਡ ਜਿਹੜੀ ਸੀਗੀ ਉਹ ਅੰਗਰੇਜ਼ੀ ਸਰਕਾਰ ਤੱਕ ਜਿਹੜੀ ਹੈ ਪਹੁੰਚਾਈ ਗਈ। ਫਿਰ ਇੱਕ ਹੋਰ ਇਹਦੇ ਵਿੱਚ ਪੁਆਇੰਟ ਹੈ ਜਿਹਦੇ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਟੂ ਪ੍ਰੀਵੈਂਟ ਦੀ ਟਿਰਨੀ ਆਫ ਮੈਜੋਰਿਟੀ, ਮਤਲਬ ਮੈਜੋਰਿਟੀ ਕੀ ਹੁੰਦੀ ਕਿਸੇ ਨੂੰ ਪਤਾ? ਹਰਸਿਮਰਨ 1707 ਟਿਰਨੀ ਕੀ ਹੁੰਦੀ ਜਾਂ ਮੈਜੋਰਿਟੀ ਕੀ ਹੁੰਦੀ? ਬਹੁਮਤ ਜਿਹਨੂੰ ਕਹਿੰਦੇ ਨੇ, ਬਹੁ ਸੰਖਿਅਕਵਾਦ ਵੀ ਅਸੀਂ ਕਹਿੰਦੇ ਹਾਂ, ਪਤਾ ਹੈ ਕਿ ਨਹੀਂ? ਸਰ ਨੋ ਸਰ ਨਹੀਂ ਪਤਾ, ਚਲੋ ਮੈਂ ਦੱਸਦਾ, ਕੋਈ ਕਿਸੇ ਨੂੰ ਪਤਾ ਹੈ ਤੁਹਾਡੇ ਚੋਂ? 1775 ਪਤਾ ਹੈ ਤੁਹਾਨੂੰ? ਹਾਂਜੀ ਅਨਮਿਊਟ ਕਰੋ ਆਪਣੇ ਆਪ ਨੂੰ। 1775 ਪਤਾ ਹੈ ਕਿ ਨਹੀਂ? ਹਾਂ ਜਾਂ ਨਾ ਚ ਜਵਾਬ ਦਿਓ। ਨਹੀਂ ਪਤਾ, ਬੋਲਣਾ ਨਹੀਂ ਚਾਹੁੰਦੇ ਜਾਂ ਤਾਂ। 1705 ਨਵਜੋਤ ਕੌਰ। ਮੈਜੋਰਿਟੀ ਦਾ ਕੀ ਮਤਲਬ ਹੁੰਦਾ ਹੈ?
ਆਪਾਂ ਕਈ ਵਾਰੀ ਗੱਲ ਨਹੀਂ ਕਰੀ ਦੀ, ਤੁਸੀਂ ਟੀਵੀ ਚੈਨਲਸ ਤੇ ਸੁਣਿਆ ਹੋਣਾ ਹੈ, ਇਸ ਦਲ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਮਤ ਪ੍ਰਾਪਤ ਹੋਇਆ। ਇਹਦਾ ਕੀ ਮਤਲਬ ਹੋਇਆ? ਬਹੁਮਤ ਸਰ ਜਿੱਦਾਂ ਮਤਲਬ VOTING ਉਹਨਾਂ ਨੂੰ ਵੋਟਾਂ ਮਿਲੀਆਂ, ਮਤਲਬ ਇੰਨੇ ਟੋਟਲ ਹੁੰਦੀ ਬਹੁਮਤ ਮਤਲਬ ਬਹੁ ਸੰਖਿਆ, ਮਤਲਬ ਇੱਥੇ ਬਹੁਮਤ ਦਾ ਮਤਲਬ ਇਹ ਹੈ ਕਿ ਜਿਹੜਾ ਬਹੁਮਤ ਦੁਆਰਾ ਸ਼ਾਸਨ ਸਥਾਪਿਤ ਕੀਤਾ ਜਾਣਾ ਸੀਗਾ, ਉਹਦੀ ਤਾਨਾਸ਼ਾਹੀ ਤੋਂ ਬਚਾਅ ਲਈ ਫੰਡਾਮੈਂਟਲ ਰਾਈਟਸ ਨੂੰ ਜਿਹੜਾ ਹੈ ਉਹ ਜਿੱਦਾਂ ਅੰਗਰੇਜ਼ ਸੀਗੇ, ਉਹਨਾਂ ਨੇ ਤਾਨਾਸ਼ਾਹ ਦੇ ਰੂਪ ਦੇ ਵਿੱਚ ਇੱਥੇ ਰਾਜ ਕੀਤਾ। ਉਹਨਾਂ ਨੇ ਭਾਰਤੀਆਂ ਨੂੰ ਕੋਈ ਅਧਿਕਾਰ ਨਹੀਂ ਦਿੱਤੇ, ਉਹਨਾਂ ਨੇ ਜਾਤ ਦੇ ਆਧਾਰ ਤੇ ਭੇਦਭਾਵ ਕੀਤਾ, ਉਹਨਾਂ ਨੇ ਧਰਮ ਦੇ ਆਧਾਰ ਉੱਤੇ ਭਾਰਤ ਦੇ ਵਿੱਚ ਫੁੱਟ ਪਏ, ਧਰਮ ਦੇ ਆਧਾਰ ਉੱਤੇ ਇੱਕ ਨਵਾਂ ਦੇਸ਼ ਜਿਹੜਾ ਹੈ ਅੰਗਰੇਜ਼ ਜਿਹੜਾ ਸੀਗਾ ਸਥਾਪਿਤ ਕਰ ਗਏ, ਪਾਕਿਸਤਾਨ, ਜਿਹੜਾ ਕਿ ਹਲੇ ਤੱਕ ਸਾਨੂੰ ਜਿਹੜਾ ਟਰਬਲ ਦੇ ਰਿਹਾ ਹੈ। ਪੂਰੇ ਮਤਲਬ ਪੂਰੇ ਸਾਊਥ ਏਸ਼ੀਆ ਦਾ ਮਾਹੌਲ ਜਿਹੜਾ ਹੈ ਉਹ ਪਾਕਿਸਤਾਨ ਨੇ ਜਿਹੜਾ ਖਰਾਬ ਕੀਤਾ ਹੋਇਆ। ਸੋ ਮਤਲਬ ਕਿ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਅੰਗਰੇਜ਼ੀ ਸ਼ਾਸਨ ਸੀਗਾ, ਜਿਹੜੀ ਉਹਨਾਂ ਨੇ ਤਾਨਾਸ਼ਾਹੀ ਫੈਲਾਈ ਸੀ, ਉਹਦੇ ਤੋਂ ਮੁਕਤੀ ਵਾਸਤੇ ਜਿਹੜੇ ਆ ਮੌਲਿਕ ਅਧਿਕਾਰਾਂ ਨੂੰ ਜਿਹੜਾ ਸੀਗਾ ਕਨਸਟੀਟਿਊਸ਼ਨ ਦੇ ਵਿੱਚ ਜਗ੍ਹਾ ਦਿੱਤੀ ਗਈ। ਟੂ ਇਨਸਪਾਇਰ ਦਾ ਕੌਨਫੀਡੈਂਸ ਆਫ ਮਾਈਨੋਰਿਟੀ। ਮਾਈਨੋਰਿਟੀ ਕੀ ਹੁੰਦੀ ਹੈ? ਅਲਪ ਸੰਖਿਅਕ। ਇੱਕ ਤਾਂ ਹੋ ਗਿਆ ਬਹੁ ਸੰਖਿਅਕ, ਅਲਪ ਸੰਖਿਅਕ। ਭਾਰਤ ਦੇ ਵਿੱਚ ਅਲਪ ਸੰਖਿਅਕ ਕੌਣ ਹੈ ਇਸ ਵੇਲੇ ਪਾਪੂਲੇਸ਼ਨ ਦੀ ਅਗਰ ਗੱਲ ਕਰੀਏ? 1786 ਅਲਪ ਸੰਖਿਅਕ ਆਪਾਂ ਕਿਹਨੂੰ ਕਹਿੰਦੇ ਹਾਂ? 1786 ਪਤਾ ਹੈ ਕਿ ਨਹੀਂ? ਉਹ ਹਾਂ ਜਾਂ ਨਾ the persons below the age of 18. ਹਾਂਜੀ, So ਜੋ person 18 age ਤੋਂ ਘੱਟ ਹੋਣ ਉਹਨਾਂ ਨੂੰ ਅਸੀਂ ਮਨਿਓਰ ਕਹਿੰਦੇ ਆ। ਨਹੀਂ ਮਾਈਨੋਰਿਟੀ ਨਹੀਂ। ਮਾਈਨੋਰਿਟੀ ਦਾ ਮਤਲਬ ਇੱਥੇ ਹੈ ਜਿਹੜੇ ਅਲਪ ਜਿਹੜੀਆਂ ਜਾਤਾਂ ਮਤਲਬ ਜਿੱਦਾਂ ਸਿੱਖ ਹੋ ਗਏ ਜਾਂ ਸਿੱਖ ਕਮਿਊਨਿਟੀ ਜਿੱਦਾਂ ਅਲਪ ਸੰਖਿਅਕ ਹੈ ਭਾਰਤ 'ਚ, ਕਿਉਂਕਿ ਹਿੰਦੂ ਜ਼ਿਆਦਾ ਹੈਗੇ ਭਾਰਤ। ਜਿੱਦਾਂ ਮੁਸਲਿਮ ਕਮਿਊਨਿਟੀ ਹੈ ਉਹ ਅਲਪ ਸੰਖਿਅਕ ਹੈ। ਜੇ ਹੁਣ ਪੰਜਾਬ ਦੀ ਗੱਲ ਕਰੀਏ ਆਪਾਂ, ਅਗਰ ਆਪਣੀ ਸਟੇਟ ਦੀ ਗੱਲ ਕਰੀਏ ਤਾਂ ਆਪਣੀ ਸਟੇਟ ਦੇ ਵਿੱਚ ਜਿਹੜੇ ਸਿੱਖਸ ਹੈਗੇ ਆ ਉਹ ਮੈਜੋਰਿਟੀ 'ਚ ਨੇ, ਔਰ ਜਿਹੜੇ ਹਿੰਦੂਜ਼ ਆ ਉਹ ਅਲਪ ਸੰਖਿਅਕ। ਜੇ ਕਸ਼ਮੀਰ ਦੀ ਆਪਾਂ ਗੱਲ ਕਰ ਲਈਏ, ਜੰਮੂ ਐਂਡ ਕਸ਼ਮੀਰ ਦੀ, ਉਹਦੇ ਵਿੱਚ ਜਿਹੜੇ ਮੁਸਲਮਾਨ ਹੈ ਉਹ ਮੈਜੋਰਿਟੀ 'ਚ ਨੇ, ਉਹ ਅਲਪ ਸੰਖਿਅਕ ਜਿਹੜੇ ਆ ਹਿੰਦੂ, ਜਿਹੜੀਆਂ ਹੋਰ ਕਮਿਊਨਿਟੀਜ਼ ਨੇ। ਜੇ ਭਾਰਤ ਲੈਵਲ ਤੇ ਗੱਲ ਕਰੀਏ ਤਾਂ ਫਿਰ ਹਿੰਦੂਜ਼ ਜਿਹੜੇ ਆ ਉਹ ਮੈਜੋਰਿਟੀ। ਸੋ ਉਹ ਕਹਿੰਦੇ ਕਿ ਜਿਹੜੇ ਅਲਪ ਸੰਖਿਅਕ ਸੀਗੇ ਉਹਨਾਂ ਨੂੰ ਕੌਨਫੀਡੈਂਸ ਦੇਣ ਵਾਸਤੇ, ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਕਿ ਭਾਰਤ ਦੇ ਵਿੱਚ ਹਰ ਜਾਤ, ਹਰ ਧਰਮ, ਹਰ ਮਤਲਬ ਰੇਸ ਜਿਹਨੂੰ ਕਹਿੰਦੇ ਆਪਾਂ, ਨਸਲ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਭੇਦਭਾਵ ਨੂੰ ਰੋਕਣ ਵਾਸਤੇ ਜਿਹੜਾ ਸੀਗਾ ਇਹਨਾਂ ਅਧਿਕਾਰਾਂ ਨੂੰ ਜਿਹੜਾ ਸੀਗਾ ਉਹ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਹੈ ਜਗ੍ਹਾ ਦਿੱਤੀ ਗਈ। ਫਿਰ ਇਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਪੁਆਇੰਟ ਕਿ ਲੋਕਤੰਤਰੀ ਸਰਕਾਰ ਦਾ ਜਿਹੜਾ ਬੇਸ ਹੁੰਦਾ ਜਾਂ ਜਿਹੜਾ ਲੋਕਤੰਤਰ ਹੈ ਉਹਦੇ 4 ਸਤੰਭ ਹੁੰਦੇ ਮੁੱਖ ਕਰਕੇ। 4 ਪਿਲਰਸ ਆਫ ਡੈਮੋਕ੍ਰੇਸੀ ਦੇ ਆਪਾਂ ਗੱਲ ਕਰੀਏ। ਇਕੁਐਲਿਟੀ, ਫਰੀडम, ਠੀਕ ਹੈ ਜੀ, ਫ੍ਰੈਟਰਨਿਟੀ ਅਤੇ ਜਸਟਿਸ। ਇਹ 4 ਪਿਲਰਸ ਹੈ ਜਿਹਦੇ ਉੱਤੇ ਲੋਕਤੰਤਰੀ ਵਿਵਸਥਾ। ਔਰ ਅਗਰ ਅਸੀਂ ਆਪਣੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਨਹੀਂ ਦਿੰਦੇ ਤਾਂ ਉਹਦੇ ਨਾਲ ਜਿਹੜਾ ਸੀਗਾ ਡੈਮੋਕ੍ਰੇਸੀ ਦੀ ਸਥਾਪਨਾ ਵੀ ਸਾਡੇ ਦੇਸ਼ ਦੇ ਵਿੱਚ ਨਹੀਂ ਹੋ ਸਕਦੀ ਸੀ। ਇਸ ਕਰਕੇ ਅਸੀਂ ਮੌਲਿਕ ਅਧਿਕਾਰਾਂ ਨੂੰ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਹੈ ਉਹ ਜਗ੍ਹਾ ਦਿੱਤੀ। ਠੀਕ ਹੈ, ਫਿਰ ਇਸ ਤੋਂ ਬਾਅਦ ਕੁਐਸਚਨ ਵਾਈਜ਼ ਜਦੋਂ ਚੱਲਣਾ ਹੈਗਾ ਤੇ ਇਹਦੇ ਵਿੱਚ ਪਹਿਲੇ ਇਹ ਵਾਲਾ ਹੈਡਿੰਗ ਆਣਾ ਹੈ ਕਿ ਵਾਈ ਫੰਡਾਮੈਂਟਲ ਰਾਈਟਸ ਆਰ ਇਨ ਦੀ ਇੰਡੀਅਨ ਕਨਸਟੀਟਿਊਸ਼ਨ। ਫਿਰ ਉਸ ਤੋਂ ਬਾਅਦ ਅਗਲਾ ਪੁਆਇੰਟ ਆਣਾ ਹੈ ਕਿ ਮੌਲਿਕ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ। ਫੀਚਰ ਔਰ ਨੇਚਰ ਆਫ ਫੰਡਾਮੈਂਟਲ ਰਾਈਟਸ। ਹੁਣ ਡਿਟੇਲਡ ਹੈ ਕਿਹੜੇ ਚੈਪਟਰ ਦੇ ਵਿੱਚ ਹੈਗੇ ਫੰਡਾਮੈਂਟਲ ਰਾਈਟਸ? 1705। ਕਿਸੇ ਦਾ ਮਾਈਕ ਔਨ ਹੈਗਾ? ਆਪਣਾ ਮਾਈਕ ਬੰਦ ਕਰ ਲਓ, ਜਦੋਂ ਮੈਂ ਪੁੱਛਾਂ ਉਦੋਂ ਹੀ ਆਪਣੇ ਆਪ ਨੂੰ ਅਨਮਿਊਟ ਕਰੇ। 1705 ਰੋਲ ਨੰਬਰ। ਨਵਜੋਤ ਕੌਰ।
ਹਾਂਜੀ ਸਰ। ਜਿਹੜੇ ਮੌਲਿਕ ਅਧਿਕਾਰ ਹੈ ਸੰਵਿਧਾਨ ਦੇ ਕਿਹੜੇ ਅਧਿਆਇ ਦੇ ਵਿੱਚ ਦਿੱਤੇ ਗਏ, ਕਿਹੜੇ ਚੈਪਟਰ ਦੇ ਵਿੱਚ ਨੇ? ਸਰ ਅਜੇ ਮੈਂ ਬੁੱਕ ਨਹੀਂ ਲਈ। ਨਹੀਂ ਵੈਸੇ ਹੀ ਪਤਾ ਹੋਣਾ ਚਾਹੀਦਾ। ਇਹ ਤਾਂ ਤੁਸੀਂ ਜਿਹੜਾ ਤੁਹਾਨੂੰ ਸਕੂਲਾਂ ਦੇ ਵਿੱਚ ਇੱਕ ਨਾਗਰਿਕ ਸ਼ਾਸਤਰ ਵਿਸ਼ੇ ਪੜਾਇਆ ਜਾਂਦਾ ਹੈ, ਉਹਦੇ ਵਿੱਚ ਜਿਹੜਾ ਹੈ ਇਹਦੇ ਬਾਰੇ ਜਿਹੜੀ ਹੈ ਗੱਲ ਕੀਤੀ ਜਾਂਦੀ ਹੈ। ਤੀਸਰੇ ਚੈਪਟਰ ਦੇ ਵਿੱਚ ਹੈ, ਸੰਵਿਧਾਨ ਦੇ ਤੀਸਰੇ ਅਧਿਆਇ ਦੇ ਵਿੱਚ 12 ਤੋਂ ਧਾਰਾ 12 ਤੋਂ ਲੈ ਕੇ 35 ਤੱਕ ਜਿਹੜਾ ਹੈ ਮੌਲਿਕ ਅਧਿਕਾਰਾਂ ਦਾ ਜਿਹੜਾ ਹੈ ਵਰਣਨ ਕੀਤਾ ਗਿਆ। ਇਹਦੇ ਵਿੱਚ ਕਿਹੜੇ ਕਿਹੜੇ ਅਧਿਕਾਰ ਹੈ? ਇਹਦੇ ਵਿੱਚ ਰਾਈਟ ਟੂ ਇਕੁਐਲਿਟੀ ਹੈ ਜੀ, ਫਿਰ ਰਾਈਟ ਟੂ ਫਰੀडम ਹੈ, ਰਾਈਟ ਅਗੇਂਸਟ ਐਕਸਪਲੋਇਟੇਸ਼ਨ ਹੈ, ਰਾਈਟ ਟੂ ਫਰੀडम ਆਫ ਰਿਲੀਜਨ ਹੈ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਹੈ, ਤੇ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼। ਇਹ ਸਾਰੇ ਰਾਈਟਸ ਜਿਹੜੇ ਹੈ ਉਹ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਹੈ ਉਹ ਦਿੱਤੇ ਗਏ। ਠੀਕ ਹੈ। ਰਾਈਟ ਟੂ ਇਕੁਐਲਿਟੀ ਦਾ ਜਿਹੜਾ ਮੈਂਸ਼ਨ ਹੈ ਧਾਰਾ 14 ਤੋਂ ਲੈ ਕੇ 19 ਤੱਕ। ਠੀਕ ਹੈ। 19 ਤੋਂ ਲੈ ਕੇ ਸੁਤੰਤਰਤਾ ਦਾ ਅਧਿਕਾਰ ਹੈਗਾ 21 ਤੱਕ, 19 ਤੋਂ ਲੈ ਕੇ 22 ਤੱਕ। 23-24 ਦੇ ਵਿੱਚ ਜਿਹੜਾ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਿੱਤਾ ਗਿਆ, ਔਰ ਜਿਹੜਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹੈ ਉਹ ਧਾਰਾ 25 ਤੋਂ ਲੈ ਕੇ 28 ਤੱਕ ਦਿੱਤਾ ਗਿਆ ਹੈ। ਜਿਹੜੇ ਸੱਭਿਆਚਾਰਕ ਅਤੇ ਸਿੱਖਿਅਕ ਅਧਿਕਾਰ ਹੈ ਉਹਨਾਂ ਦਾ ਵਰਣਨ 29 ਅਤੇ 30 ਦੇ ਵਿੱਚ ਕੀਤਾ ਗਿਆ, ਔਰ ਜਿਹੜਾ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼ ਹੈਗਾ ਸੰਵਿਧਾਨਿਕ ਉਪਾਇਆਂ ਦਾ ਅਧਿਕਾਰ ਉਹ ਧਾਰਾ ਜਿਹੜਾ ਹੈਗਾ 31 ਦੇ ਵਿੱਚ 32 ਦੇ ਵਿੱਚ ਦਿੱਤਾ ਗਿਆ। ਠੀਕ ਹੈ ਜੀ। ਸੋ ਇਹਦਾ ਵਰਗੀਕਰਨ ਹੈਗਾ ਅਧਿਕਾਰਾਂ ਦਾ ਸਾਡੇ ਸੰਵਿਧਾਨ ਦੇ ਵਿੱਚ, ਜਿੱਦਾਂ ਅਧਿਕਾਰ ਜਿਹੜੇ ਹੈ ਉਹ ਅਸੀਂ ਦਿੱਤੇ ਹੋਏ ਜਾਂ ਉਹਨਾਂ ਨੂੰ ਰੱਖਿਆ ਗਿਆ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਬਾਕੀ ਦਾ ਅਸੀਂ ਜਿਹੜਾ ਹੈ ਉਹ ਕੱਲ ਕਰਾਂਗੇ। ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਕਿ ਪਹਿਲੇ ਜਦੋਂ ਕਨਸਟੀਟਿਊਸ਼ਨ ਬਣਿਆ ਸੀਗਾ, ਜਦੋਂ ਕਨਸਟੀਟਿਊਸ਼ਨ ਫਰੇਮ ਹੋਇਆ ਸੀਗਾ, ਉਸ ਵੇਲੇ ਭਾਰਤ ਦੇ ਸੰਵਿਧਾਨ ਦੇ ਵਿੱਚ ਅਧਿਕਾਰਾਂ ਦੀ ਸੰਖਿਆ 7 ਸੀਗੀ। ਕੱਲ ਕਿਸੇ ਨੇ ਕੁਐਸਚਨ ਵੀ ਪੁੱਛਿਆ ਸੀਗਾ ਮੈਨੂੰ। ਔਰ ਰਾਈਟ ਟੂ ਪ੍ਰਾਪਰਟੀ, ਸੰਪत्ति ਦਾ ਅਧਿਕਾਰ ਵੀ ਭਾਰਤ ਦੇ ਨਾਗਰਿਕਾਂ ਨੂੰ ਦਿੱਤਾ ਗਿਆ ਸੀ। ਇਹ ਨਹੀਂ ਹੈ ਕਿ ਸੰਪत्ति ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ, ਸੰਪत्ति ਦਾ ਅਧਿਕਾਰ ਹੈਗਾ ਹੈ, ਪਰ ਉਸ ਨੂੰ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ, ਕਿਉਂਕਿ ਉਸ ਕਰਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਜਾਂ ਵਿਵਸਥਾ ਦੇ ਵਿੱਚ ਕਈ ਤਰ੍ਹਾਂ ਦੇ ਝਗੜੇ ਪੈਦਾ ਹੁੰਦੇ ਸੀ। ਇਸ ਕਰਕੇ ਉਸ ਜਿਹੜਾ ਰਾਈਟ ਸੀਗਾ, ਰਾਈਟ ਟੂ ਪ੍ਰਾਪਰਟੀ ਸੀਗਾ, ਉਹਨੂੰ ਜਿਹੜਾ ਨਿਰਸਤ ਜਿਹੜਾ ਹੈ ਉਹ ਕਰ ਦਿੱਤਾ ਗਿਆ। ਇਸੇ ਕਰਕੇ ਜਿਹੜਾ ਸੀਗਾ ਉਹਨੂੰ ਨਿਰਸਤ ਕਰਕੇ ਜਿਹੜਾ ਹੈ 300A ਦੇ ਅਧੀਨ, ਧਾਰਾ 300A ਦੇ ਅਧੀਨ ਜਿਹੜਾ ਹੈਗਾ ਉਸ ਨੂੰ ਇੱਕ ਕਾਨੂੰਨੀ ਅਧਿਕਾਰ ਜਿਹੜਾ ਉਹ ਬਣਾਇਆ ਗਿਆ ਸੀ। ਇਹ ਜਿਹੜਾ ਚੈਪਟਰ ਹੈਗਾ ਕਾਫੀ ਲੰਬਾ ਹੈ, ਔਰ ਕਾਫੀ ਇਹਨੂੰ ਦਿਨ ਲੱਗਣਗੇ, ਮਤਲਬ ਕਿ 5 ਤੋਂ 7 ਦਿਨ ਜਿਹੜਾ ਹੈ ਇਹਨੂੰ ਲੱਗ ਸਕਦੇ। ਠੀਕ ਹੈ ਜੀ। ਬਾਕੀ ਇਹਦੇ ਨਾਲ ਸੰਬੰਧਿਤ ਜਿਹੜਾ ਹੁਣ ਮੈਂ ਕੱਲ ਨੂੰ ਜਿਹੜਾ ਵੀਡੀਓ ਲੈਕਚਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਕੱਲ ਤੁਹਾਡੀ ਲਾਈਵ ਕਲਾਸ ਨਹੀਂ ਲੱਗੂਗੀ ਕਿਉਂਕਿ ਕੱਲ ਮੇਰਾ ਵੋਟਰ ਅਵੇਅਰਨੈਸ ਕੈਂਪ ਹੈਗਾ, ਤੇ ਬੱਚੇ ਜਦੋਂ ਮੈਂ ਕੋਈ ਗਰੁੱਪ ਦੇ ਵਿੱਚ ਕੋਈ ਚੀਜ਼ ਪਾਣਾ ਹੈ, ਕੱਲ ਮੈਂ ਕੁਇਜ਼ ਪਾਇਆ ਸੀਗਾ ਤੁਹਾਨੂੰ, ਇਲੈਕਸ਼ਨ ਦੇ ਉੱਤੇ ਕੁਇਜ਼ ਸੀਗਾ, ਤੇ ਇਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਕਰੋ। ਤੁਹਾਨੂੰ ਮਟੀਰੀਅਲ ਵੀ ਪਹਿਲਾਂ ਮੈਂ ਪਾਇਆ ਸੀਗਾ, ਜਿਹਦੇ ਤੋਂ ਪੜ੍ਹ ਕੇ ਹੀ ਤੁਸੀਂ ਉਹ ਕੁਐਸਚਨਸ ਜਿਹੜੇ ਅਗਰ ਉਹ ਪਹਿਲੇ ਤੁਸੀਂ ਪੜ੍ਹ ਲੈਂਦੇ ਤਾਂ ਮੈਕਸਿਮਮ ਜਿਹੜੀ ਹੈ ਪਾਰਟਿਸਿਪੇਸ਼ਨ ਜਿਹੜੀ ਹੈ ਕਰਿਆ ਕਰੋ। ਠੀਕ ਹੈ। ਉਹ ਇਲੈਕਸ਼ਨ ਕਮਿਸ਼ਨ ਆਫ ਜਿਹੜਾ ਇੰਡੀਆ ਉਹਦੇ ਦੁਆਰਾ ਜਿਹੜਾ ਸੀਗਾ ਕੁਇਜ਼ ਜਿਹੜਾ ਕੱਲ ਜਿਹੜਾ ਉਹ ਕਰਵਾਇਆ ਗਿਆ ਸੀ। ਤਾਂ ਤੋਂ ਮੈਂ ਵੀ ਖਿਆਲ ਰੱਖੂੰਗਾ ਥੋੜਾ ਜਿਹਾ, ਮੈਂ ਤੁਹਾਨੂੰ ਇਸ ਬਾਰੇ ਪਹਿਲਾਂ ਦੱਸਾਂਗਾ, ਔਰ ਮੈਕਸਿਮਮ ਜਿਹੜੀ ਹੈ ਤੁਸੀਂ ਪਾਰਟਿਸਿਪੇਸ਼ਨ ਉਹਦੇ ਵਿੱਚ ਕਰਨੀ। ਉਹਦੇ ਵਿੱਚ ਇਨਾਮ ਵੀ ਹੁੰਦਾ ਹੈ। ਉਹਦੇ ਵਿੱਚ 1500 ਰੁਪਏ ਦਾ ਪਹਿਲਾ ਇਨਾਮ ਸੀਗਾ, 1000 ਰੁਪਏ ਦਾ ਦੂਜਾ ਇਨਾਮ ਸੀਗਾ, ਤੇ 800 ਰੁਪਏ ਦਾ ਜਿਹੜਾ ਹੈ ਉਹ ਤੀਸਰਾ ਜਿਹੜਾ ਹੈ ਇਨਾਮ ਸੀਗਾ ਇਹਦੇ ਵਿੱਚ। ਸੋ ਜਸਪ੍ਰੀਤ 1709, ਜਸਪ੍ਰੀਤ 1709। ਹਾਂਜੀ ਸਰ। ਮੈਂ ਕਿਹਾ ਤੁਸੀਂ ਜ਼ਰੂਰ ਪਾਰਟਿਸਿਪੇਟ ਕਰਿਆ ਕਰੋ, ਤੁਸੀਂ ਨਾਲੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਜ਼ਰੂਰ ਪਾਰਟਿਸਿਪੇਟ ਸਰ ਕਰਿਆ। ਮੈਂ ਕਰਨਾ ਚਾਹੁੰਦੀ ਸੀ ਬਟ ਮੈਨੂੰ ਕੋਈ ਲਿੰਕ ਵਗੈਰਾ ਹੀ ਨਹੀਂ ਮਿਲਿਆ। ਲਿੰਕ ਨਹੀਂ ਮੈਂ ਪਾਇਆ ਕੁਛ ਹੈ ਹੀ ਨਹੀਂ ਸੀਗਾ, ਸੀਗਾ। ਮੈਂ ਲਿੰਕ ਪਾਇਆ ਸੀ ਤੁਹਾਨੂੰ ਗਰੁੱਪ ਦੇ ਵਿੱਚ, ਪਰ ਤੁਸੀਂ ਪਰ ਮੇਬੀ ਮੇਰਾ ਲੇਟ ਧਿਆਨ ਨਹੀਂ ਦੇਖਿਆ ਪਿਆ, ਹੋਊਗਾ। but ਮੈਂ ਕਰਨਾ ਚਾਹੁੰਦੀ ਸੀ। ਹਾਂ ਲੇਟ, ਉਹ ਐਕਚੁਅਲੀ ਅੱਧੇ ਘੰਟੇ ਲਈ ਕੁਇਜ਼ ਹੁੰਦਾ ਸਿਰਫ, ਕਿਉਂਕਿ ਅੱਜ ਕੱਲ ਹੁਣ ਇਲੈਕਸ਼ਨ ਦੇਖਿਆ ਸੀਗਾ ਮੈਂ ਸਰ।
ਤਾਂ ਮੇਰੇ ਕੋਲ ਕਾਲਜ ਦਾ ਜਿਹੜਾ ਹੈ ਸਵੀਪ ਦਾ ਇੰਚਾਰਜ ਹੈ ਮੈਂ, ਤੋਂ ਸੋ ਸਵੀਪ ਐਕਟੀਵਿਟੀਜ਼ ਵੀ ਆਪਾਂ ਕਰਾਉਣੀਆਂ ਹੈਗੀਆਂ ਤੇ ਬਾਕੀ ਅਗਲੇ ਹਫਤੇ ਪਤਾ ਲੱਗੇਗਾ ਤੁਹਾਡੀਆਂ ਜਿਹੜੀਆਂ ਆਫਲਾਈਨ ਕਲਾਸਿਸ ਕਦੋਂ ਸ਼ੁਰੂ ਹੋਣਗੀਆਂ। ਤੇ ਤੁਸੀਂ ਅੱਜ ਆਣਾ ਸੀਗਾ, ਆਏ ਨਹੀਂ? ਸਰ ਤੁਸੀਂ ਕਿਹਾ ਸੀ 1 ਤੋਂ 2 ਵਜੇ ਆਣਾ ਹੈ, ਮੈਂ ਉਸੇ ਚੱਕਰ 'ਚ ਹੁਣ ਆ ਰਹੀ ਹਾਂ, ਮਤਲਬ ਲੈਕਚਰ ਅਟੈਂਡ ਕਰਕੇ ਹੁਣ ਮੈਂ ਆ ਰਹੀ ਹਾਂ ਤੁਹਾਡੇ ਕੋਲ। ਚਲੋ ਠੀਕ ਹੈ, ਆ ਜਾਓ ਕੋਈ ਗੱਲ ਨਹੀਂ। ਚਲੋ ਠੀਕ ਹੈ, ਮੈਂ ਅੱਜ ਦਾ ਲੈਕਚਰ ਹਾਂਜੀ। ਇੱਥੇ ਹੀ ਖਤਮ ਕਰਦਾ। ਥੈਂਕ ਯੂ। ਓਕੇ ਸਰ। ਆਪਣੀ ਅਟੈਂਡੈਂਸ ਭੇਜ ਦਿਓ ਸਾਰੇ ਜਾਣੇ ਗਰੁੱਪ ਦੇ ਵਿੱਚ, ਸਕਰੀਨਸ਼ਾਟ ਲੈ ਲਓ ਤੇ ਅਟੈਂਡੈਂਸ ਭੇਜ ਦਿਓ।